ਹਾਂਜੀ, ਅੱਜ ਅਸੀਂ ਕਰਨ ਜਾ ਰਹੇ ਹਾਂ 8ਵੀਂ ਜਮਾਤ ਦਾ ਪਾਠ ਨੰਬਰ 8 ਸੈੱਲ ਬਣਤਰ ਅਤੇ ਕਾਰਜ। ਸੈੱਲ ਕੀ ਹੈ? ਤੁਹਾਨੂੰ ਸਭ ਨੂੰ ਪਤਾ ਹੈ ਕਿ ਘਰ ਬਣਾਉਣ ਦੇ ਲਈ ਛੋਟੀ ਤੋਂ ਛੋਟੀ ਇਕਾਈ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਹੈ ਇੱਟ। ਜਿਸ ਤਰ੍ਹਾਂ ਇੱਟ ਘਰ ਬਣਾਉਣ ਲਈ ਜਾਂ ਕਹਿ ਲਓ ਦੀਵਾਰ ਦੇ ਲਈ ਇੱਕ ਛੋਟੀ ਤੋਂ ਛੋਟੀ ਇਕਾਈ ਹੈ, ਤਾਂ ਉਹ ਆਪਾਂ ਦੀਵਾਰ ਦੀ ਜਾਂ ਘਰ ਦੀ ਇੱਕ ਇਕਾਈ ਜਾਂ ਇੱਕ ਸੈੱਲ ਦੇ ਰੂਪ ਵਿੱਚ ਉਹਨੂੰ ਦੇਖਦੇ ਹਾਂ। ਇਸੇ ਤਰ੍ਹਾਂ ਵੱਖ-ਵੱਖ ਜੀਵਾਂ ਦਾ ਸਰੀਰ ਅਤੇ ਉਹਨਾਂ ਦੇ ਅੰਗ ਅਤੇ ਉਹਨਾਂ ਦੇ ਵਿੱਚ ਸਭ ਤੋਂ ਛੋਟੇ ਤੋਂ ਛੋਟਾ ਭਾਗ, ਜਿਨ੍ਹਾਂ ਨਾਲ ਮਿਲ ਕੇ ਉਹ ਸਜੀਵ ਦਾ ਸਰੀਰ ਬਣਿਆ ਹੁੰਦਾ ਹੈ, ਉਹਨਾਂ ਨੂੰ ਆਪਾਂ ਸੈੱਲ ਕਹਿੰਦੇ ਹਾਂ। ਸੈੱਲ ਦੀ ਸਭ ਤੋਂ ਪਹਿਲਾਂ ਖੋਜ ਰਾਬਰਟ ਹੁੱਕ ਨਾਂ ਦੇ ਵਿਗਿਆਨੀ ਨੇ 1665 ਈਸਵੀ ਵਿੱਚ ਕੀਤੀ ਸੀ। ਤਾਂ ਆਓ ਅਸੀਂ ਗੱਲ ਕਰਦੇ ਹਾਂ ਸੈੱਲ ਬਾਰੇ। ਸੈੱਲ ਦੀ ਗੱਲ ਕਰੀਏ ਤਾਂ ਜੀਵਾਂ ਦੇ ਵਿੱਚ ਇਹ ਕੁਝ ਜੀਵ ਸਾਡੇ ਇੱਕ ਸੈੱਲੀ ਜੀਵ ਹੁੰਦੇ ਆ। ਇੱਕ ਸੈੱਲੀ ਜੀਵ ਕਿਹੜੇ ਹੁੰਦੇ ਆ? ਜਿਨ੍ਹਾਂ ਦਾ ਸਰੀਰ ਇੱਕੋ ਤਰ੍ਹਾਂ ਦੇ ਸੈੱਲ ਤੋਂ ਬਣਿਆ ਹੁੰਦਾ ਹੈ। ਸਾਡੇ ਕੋਲ ਇਸ ਡਾਇਗਰਾਮ ਦੇ ਵਿੱਚ ਦਿਖਾਈ ਦੇ ਰਿਹਾ ਹੈ, ਇੱਕ ਸੈੱਲੀ ਜੀਵ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਹਨ। ਤੁਸੀਂ ਆਪਣੇ ਇੱਕ ਚੈਪਟਰ ਵਿੱਚ ਪੜ੍ਹ ਵੀ ਚੁੱਕੇ ਹੋ। ਇਹ ਪ੍ਰੋਟੋਜ਼ੋਆ ਦੀਆਂ ਉਦਾਹਰਨਾਂ ਹਨ। ਅਮੀਬਾ ਅਤੇ ਪੈਰਾਮੀਸ਼ੀਅਮ, ਇਹ ਦੋਵੇਂ ਇੱਕ ਸੈੱਲੀ ਜੀਵ ਹਨ। ਉਸ ਤੋਂ ਬਾਅਦ ਹੈ ਬਹੁ ਸੈੱਲੀ ਜੀਵ। ਬਹੁ ਸੈੱਲੀ ਜੀਵ ਉਹ ਜੀਵ ਜਿਨ੍ਹਾਂ ਦੀ ਰਚਨਾ ਲਈ ਇੱਕ ਤੋਂ ਵੱਧ ਸੈੱਲ ਲੱਗੇ ਹਨ ਜਾਂ ਇੱਕ ਤੋਂ ਵੱਧ ਸੈੱਲਾਂ ਨਾਲ ਬਣੇ ਹਨ, ਉਹਨਾਂ ਨੂੰ ਆਪਾਂ ਬਹੁ ਸੈੱਲੀ ਜੀਵ ਕਹਿੰਦੇ ਹਾਂ। ਮਨੁੱਖ ਦਾ ਸਰੀਰ ਬਹੁਤ ਸਾਰੇ ਸੈੱਲਾਂ ਦੀ ਰਚਨਾ ਹੈ। ਇਹਦੇ ਵਿੱਚ ਖਰਬਾਂ ਸੈੱਲ ਹੁੰਦੇ ਹਨ। ਇਸੇ ਤਰ੍ਹਾਂ ਬਹੁਤ ਸਾਰੇ, ਲਗਭਗ ਸਾਰੀਆਂ ਪ੍ਰਜਾਤੀਆਂ ਜਾਨਵਰਾਂ ਦੀਆਂ ਅਤੇ ਧਰਾਤਲੀ ਪੌਦੇ ਅਤੇ ਉੱਲੀਆਂ ਅਤੇ ਬਹੁਤ ਸਾਰੀਆਂ ਇਕਾਈਆਂ ਜਿਹੜੀਆਂ ਹਨ, ਉਹ ਬਹੁ ਸੈੱਲੀ ਜੀਵਾਂ ਦੀਆਂ ਉਦਾਹਰਨਾਂ ਹਨ। ਸੈੱਲ ਦੀ ਬਣਤਰ ਦੀ ਗੱਲ ਕਰਨ ਜਾ ਰਹੇ ਹਾਂ। ਵੱਖ-ਵੱਖ ਸੈੱਲਾਂ ਦੀ ਬਣਤਰ ਵੱਖ-ਵੱਖ ਹੁੰਦੀ ਹੈ। ਕੁਝ ਸੈੱਲ ਅਜਿਹੇ ਵੀ ਹਨ ਜਿਨ੍ਹਾਂ ਦੀ ਰਚਨਾ, ਆਕ੍ਰਿਤੀ ਜਾਂ ਕਹਿ ਲਓ ਸ਼ੇਪ ਵੱਖ-ਵੱਖ ਹੁੰਦੀ ਹੈ, ਅਨਿਯਮਿਤ ਹੁੰਦੀ ਹੈ, ਭਾਵ ਉਹ ਆਪਣੀ ਆਕਾਰ ਵਿੱਚ ਪਰਿਵਰਤਨ ਕਰ ਸਕਦੇ ਹਨ। ਜਿਵੇਂ ਅਮੀਬਾ ਦੇ ਸਰੀਰ ਦੇ ਬਾਹਰ ਕੁਝ ਉੱਭਰੇ ਹੋਏ ਭਾਗ ਹੁੰਦੇ ਹਨ, ਜਿਹਨੂੰ ਆਪਾਂ ਸੂਡੋਪੋਡੀਆ ਜਾਂ ਝੂਠੇ ਪੈਰ ਕਿਹਾ ਜਾਂਦਾ ਹੈ। ਅਮੀਬਾ ਦੇ ਝੂਠੇ ਪੈਰ ਉਹਨੂੰ ਸਰੀਰ ਦੀ ਗਤੀ ਲਈ ਸਹਾਈ ਹੁੰਦੇ ਹਨ ਅਤੇ ਭੋਜਨ ਦੇ ਅੰਤਰਗ੍ਰਹਿਣ ਲਈ ਵੀ ਉਹਦੀ ਸਹਾਇਤਾ ਕਰਦੇ ਹਨ। ਇਸੇ ਤਰ੍ਹਾਂ ਮਨੁੱਖ ਦੇ ਸਰੀਰ ਦੇ ਵਿੱਚ, ਖੂਨ ਦੇ ਵਿੱਚ ਬਹੁਤ ਤਰ੍ਹਾਂ ਦੇ ਸੈੱਲ ਹੁੰਦੇ ਹਨ। ਵਾਈਟ ਬਲੱਡ ਸੈੱਲਸ, ਰੈੱਡ ਬਲੱਡ ਸੈੱਲਸ। ਇਸੇ ਤਰ੍ਹਾਂ ਹੀ ਸਾਡੇ ਕੋਲ ਜਿਹੜੇ ਵਾਈਟ ਬਲੱਡ ਸੈੱਲ ਹਨ, ਸਫੇਦ ਬਲੱਡ ਸੈੱਲ, ਉਹਨਾਂ ਦੀ ਵੀ ਜੇ ਆਕਾਰ ਹੈ ਦੀ ਗੱਲ ਕਰੀਏ ਤਾਂ ਉਹ ਆਪਣਾ ਆਕਾਰ ਬਦਲ ਸਕਦੇ ਹਨ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਰੈੱਡ ਬਲੱਡ ਸੈੱਲਸ ਦੀ, ਉਹ ਆਕਾਰ 'ਚ ਚਪਟੇ ਹੁੰਦੇ ਹਨ। ਆਪਾਂ ਅੱਗੇ ਚਿੱਤਰ ਵਿੱਚ ਦੇਖਾਂਗੇ। ਤਕਲਾ ਰੂਪੀ ਪੇਸ਼ੀ ਸੈੱਲ। ਪੇਸ਼ੀ ਸੈੱਲ ਜੋ ਹੈ, ਕੁਝ ਪੇਸ਼ੀ ਸੈੱਲ ਉਹ ਕਿਨਾਰਿਆਂ ਤੋਂ ਤਿੱਖੇ ਹੁੰਦੇ ਹਨ ਅਤੇ ਫਲੈਟ ਚਪਟੇ ਹੁੰਦੇ ਹਨ। ਇਹਨਾਂ ਨੂੰ ਆਪਾਂ ਤਕਲਾ ਰੂਪੀ ਪੇਸ਼ੀ ਸੈੱਲ ਕਹਿੰਦੇ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਹੈ ਨਾੜੀ ਸੈੱਲ ਜਾਂ ਨਿਊਰੋਨ। ਨਿਊਰੋਨ ਦੀ ਰਚਨਾ ਜੋ ਹੈ, ਉਹਨਾਂ ਦੇ ਸਿਰਿਆਂ 'ਤੇ ਸ਼ਿਰਾਵਾਂ ਹੁੰਦੀਆਂ ਹਨ ਧਾਗਿਆਂ ਵਾਂਗ। ਇਹ ਵੀ ਆਪਾਂ ਅੱਗੇ ਚਿੱਤਰ ਵਿੱਚ ਦੇਖਾਂਗੇ। ਨਿਊਰੋਨ ਦੀ ਕੀ ਮਹੱਤਤਾ ਹੈ? ਇਹ ਕਿਸੇ ਵੀ ਸਰੀਰ ਦੇ ਨਾਲ ਸੰਬੰਧਿਤ ਕਿਰਿਆ ਨੂੰ ਸੰਵੇਦਨਸ਼ੀਲਤਾ ਪ੍ਰਦਾਨ ਕਰਾ ਕੇ ਦਿਮਾਗ ਤੱਕ ਜੋ ਹੈ ਉਹ ਸੰਦੇਸ਼ ਭੇਜਦਾ ਹੈ। ਹਾਂਜੀ, ਪਹਿਲੇ ਚਿੱਤਰ ਵਿੱਚ ਹੈ ਲਹੂ ਸੈੱਲ। ਇਹ ਰੈੱਡ ਬਲੱਡ ਸੈੱਲ ਹਨ, ਲਾਲ ਲਹੂ ਸੈੱਲ ਜਿਹੜੇ ਚਪਟੇ ਹਨ।
ਤਕਲਾ ਰੂਪੀ ਪੇਸ਼ੀ ਸੈੱਲ ਦੂਜੇ ਡਾਇਗਰਾਮ 'ਚ ਨਾੜੀ ਸੈੱਲ ਦੀ ਰਚਨਾ ਦਿਖਾਈ ਦਿੱਤੀ ਹੈ। ਉਸ ਤੋਂ ਬਾਅਦ ਸੈੱਲਾਂ ਦਾ ਆਕਾਰ। ਜੇ ਸੈੱਲਾਂ ਦੇ ਆਕਾਰ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵੀ ਕੋਈ ਸਥਿਰਤਾ ਨਹੀਂ ਹੈ। ਦੁਨੀਆ ਦਾ ਸਭ ਤੋਂ ਛੋਟਾ ਸੈੱਲ ਜੀਵਾਣੂ ਸੈੱਲ ਹੈ, ਜਿਸ ਦਾ ਆਕਾਰ 0.1 ਮਾਈਕਰੋਮੀਟਰ ਤੋਂ ਲੈ ਕੇ 0.5 ਮਾਈਕਰੋਮੀਟਰ ਤੱਕ ਹੁੰਦਾ ਹੈ। ਅਤੇ ਜੇ ਵੱਡੇ ਸੈੱਲ ਦੀ ਗੱਲ ਕਰੀਏ, ਜੋ ਕਿ ਆਪਾਂ ਨੰਗੀਆਂ ਅੱਖਾਂ ਨਾਲ ਵੀ ਦੇਖ ਸਕਦੇ ਹਨ, ਉਹ ਹੈ ਸ਼ਤਰਮੁਰਗ ਦਾ ਅੰਡਾ, ਜਿਸ ਦਾ ਆਕਾਰ 170 ਬਾਏ 130 ਵਰਗ ਮਿਲੀਮੀਟਰ ਹੁੰਦਾ ਹੈ। ਪਹਿਲੇ ਚਿੱਤਰ ਵਿੱਚ ਤੁਸੀਂ ਦੇਖ ਸਕਦੇ ਹੋ ਮਾਈਕੋਪਲਾਜ਼ਮਾ ਨਾਂ ਦਾ ਜਿਹੜਾ ਜੀਵਾਣੂ ਹੈ, ਬੈਕਟੀਰੀਆ ਹੈ, ਇਹ ਦੁਨੀਆ ਦਾ ਸਭ ਤੋਂ ਛੋਟਾ ਸੈੱਲ ਹੈ। ਉਸ ਤੋਂ ਬਾਅਦ ਸਾਡੇ ਕੋਲ ਹੈ ਸੈੱਲ ਦੇ ਭਾਗ, ਵੱਖ-ਵੱਖ ਡਿਫਰੈਂਟ ਪਾਰਟਸ ਆਫ ਸੈੱਲ। ਸੋ ਇੱਥੇ ਇੱਕ ਫਲੋ ਚਾਰਟ ਦੀ ਫਾਰਮ 'ਚ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸੈੱਲ ਵਿੱਚ ਪਹਿਲਾ ਭਾਗ ਹੈ ਸੈੱਲ ਝਿੱਲੀ, ਦੂਸਰਾ ਭਾਗ ਹੈ ਸੈੱਲ ਦਰਵ, ਤੀਜਾ ਭਾਗ ਹੈ ਕੇਂਦਰਕ, ਫਿਰ ਹੈ ਸੈੱਲ ਭਿੱਤੀ। ਸੈੱਲ ਭਿੱਤੀ ਸਿਰਫ ਪੌਦਾ ਸੈੱਲਾਂ 'ਚ ਹੀ ਹੁੰਦੀ ਹੈ। ਆਪਾਂ ਅੱਗੇ ਗੱਲ ਕਰਾਂਗੇ ਪੌਦਾ ਸੈੱਲ ਤੇ ਜੰਤੂ ਸੈੱਲਾਂ ਦੀ। ਇਸ ਤੋਂ ਬਾਅਦ ਸੈੱਲ ਦਰਵ ਦੇ ਵਿੱਚ ਪਲਾਸਟਿਡਸ, ਰਸਦਾਨੀ, ਮਾਈਟੋਕਾਂਡਰੀਆ, ਗਾਲਜੀ ਕਾਇਆ ਅਤੇ ਰਾਈਬੋਸੋਮ ਹਨ। ਕੇਂਦਰਕ ਦੇ ਵਿੱਚ ਅੱਗੇ ਮਾਈਕਰੋਸੋਮਸ ਹੁੰਦੇ ਹਨ। ਇਹਨਾਂ ਸਾਰਿਆਂ ਦੀ ਵਿਸਤਾਰਪੂਰਵਕ ਅੱਗੇ ਗੱਲ ਕਰਾਂਗੇ। ਇਹਨਾਂ ਵਿੱਚ ਮਾਈਟੋਕਾਂਡਰੀਆ, ਗਾਲਜੀ ਕਾਇਆ ਅਤੇ ਰਾਈਬੋਸੋਮਸ ਬਾਰੇ ਆਪਾਂ ਗੱਲ ਨਹੀਂ ਕਰਨੀ, ਇਹ ਵੱਡੀ ਕਲਾਸ ਵਿੱਚ ਤੁਸੀਂ ਅੱਗੇ ਜਾ ਕੇ ਪੜ੍ਹੋਗੇ। ਸੋ ਗੱਲ ਸ਼ੁਰੂ ਕਰਦੇ ਹਾਂ। ਬੇਟਾ ਤੁਸੀਂ ਇੱਥੇ ਚਿੱਤਰ ਵਿੱਚ ਦੇਖ ਰਹੇ ਹੋ, ਜਿਹੜਾ ਇਹ ਚਿੱਤਰ ਹੈ ਉਹ ਇੱਕ ਪੌਦਾ ਸੈੱਲ ਦਾ ਹੈ ਤੇ B ਚਿੱਤਰ ਜੰਤੂ ਸੈੱਲ ਦਾ ਦਿਖਾਇਆ ਗਿਆ ਹੈ। ਸਭ ਤੋਂ ਆਪਾਂ ਪਹਿਲਾਂ ਗੱਲ ਕਰਾਂਗੇ ਸੈੱਲ ਦੀ ਝਿੱਲੀ ਦੀ। ਤਾਂ ਸੈੱਲ ਝਿੱਲੀ ਕੀ ਹੁੰਦੀ ਹੈ? ਸੈੱਲ ਝਿੱਲੀ ਸੈੱਲ ਨੂੰ, ਕਿਸੇ ਵੀ ਤਰ੍ਹਾਂ ਦੇ ਸੈੱਲ ਨੂੰ, ਉਹਦੀ ਆਕਾਰ ਕਿੱਦਾਂ ਦਾ ਹੋਵੇਗਾ ਇਹ ਉਹ ਨਿਰਧਾਰਿਤ ਕਰਦੀ ਹੈ। ਸੈੱਲ ਝਿੱਲੀ ਸੈੱਲ ਦੇ ਕੇਂਦਰਕ ਅਤੇ ਸੈੱਲ ਦਰਵ ਨੂੰ ਘੇਰ ਕੇ ਰੱਖਦੀ ਹੈ। ਇੱਥੇ ਤੁਸੀਂ ਦੇਖ ਸਕਦੇ ਹੋ ਪੌਦਾ ਸੈੱਲ ਦਾ ਅੰਦਰੂਨੀ ਭਾਗ ਦਾ ਵੱਡਾ ਕੀਤਾ ਹੋਇਆ ਚਿੱਤਰ ਦਿਖਾਇਆ ਗਿਆ ਹੈ। ਇਹ ਸੈੱਲ ਝਿੱਲੀ ਹੈ ਸਾਡੇ ਕੋਲ। ਜੇ ਇਸ ਦੇ ਅੰਦਰ ਗੱਲ ਕਰੀਏ ਆਪਾਂ, ਸਾਡੇ ਕੋਲ ਸੈੱਲ ਦਰਵ, ਉਸ ਤੋਂ ਬਾਅਦ ਸਾਡੇ ਕੋਲ ਪੌਦਾ ਸੈੱਲ ਦਾ ਕੇਂਦਰਕ ਹੈ। ਇੱਥੇ ਫਿਰ ਹੈ ਸਾਡੇ ਕੋਲ ਸੈੱਲ ਦਰਵ ਦੇ ਵਿੱਚ ਸਾਡੇ ਕੋਲ ਕਲੋਰੋਪਲਾਸਟ ਵੀ ਹਨ। ਪਲਾਸਟਿਡਸ ਦਾ, ਜੇ ਹਰੇ ਰੰਗ ਦੇ ਪਲਾਸਟਿਡਸ ਨੂੰ ਆਪਾਂ ਕਲੋਰੋਪਲਾਸਟ ਕਹਿੰਦੇ ਹਨ, ਜਿਨ੍ਹਾਂ ਕਰਕੇ ਪੌਦਿਆਂ ਦੇ ਪੱਤਿਆਂ ਦਾ ਰੰਗ ਜੋ ਹੈ ਹਰਾ ਹੁੰਦਾ ਹੈ ਅਤੇ ਜੋ ਪ੍ਰਕਾਸ਼ ਸੰਸ਼ਲੇਸ਼ਣ ਦੇ ਲਈ ਸਹਾਈ ਹੁੰਦੇ ਹਨ। ਇਸ ਤੋਂ ਇਲਾਵਾ ਰਸਦਾਨੀ ਵੀ ਸੈੱਲ ਦਰਵ ਦਾ ਖਾਲੀ ਭਾਗ ਹੁੰਦਾ ਹੈ। ਰਸਦਾਨੀ ਪੌਦਾ ਸੈੱਲ 'ਚ ਵੱਡੀ ਹੁੰਦੀ ਹੈ ਅਤੇ ਜੰਤੂ ਸੈੱਲ 'ਚ ਛੋਟੀ ਹੁੰਦੀ ਹੈ, ਪਰ ਬਹੁਤ ਸਾਰੀਆਂ ਹੁੰਦੀਆਂ ਹਨ। ਤੁਸੀਂ ਦੇਖ ਸਕਦੇ ਹੋ ਜੰਤੂ ਸੈੱਲ ਵਿੱਚ ਸਫੇਦ ਜੋ ਹੈ ਰੰਗ ਦੀਆਂ ਇੱਥੇ ਰਸਦਾਨੀਆਂ ਬਹੁਤ ਸਾਰੀਆਂ ਹਨ। ਸੋ ਸਾਡੇ ਕੋਲ ਪਲਾਸਟਿਡਸ, ਸੈੱਲ ਭਿੱਤੀ, ਇੱਕ ਹੋਰ ਚੀਜ਼ ਹੈ ਸਾਡੇ ਕੋਲ ਸੈੱਲ ਭਿੱਤੀ। ਸੈੱਲ ਭਿੱਤੀ ਜੋ ਹੈ ਉਹ ਪੌਦਾ ਸੈੱਲ ਦੀ ਬਾਹਰੀ ਪਰਤ ਹੁੰਦੀ ਹੈ, ਸਿਰਫ ਪੌਦਾ ਸੈੱਲ 'ਚ ਹੀ ਹੁੰਦੀ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਪੇੜ ਪੌਦੇ ਸਾਡੇ ਵਾਂਗ ਜਾਂ ਹੋਰ ਜਾਨਵਰਾਂ ਵਾਂਗ ਚੱਲ ਫਿਰ ਨਹੀਂ ਸਕਦੇ। ਵੱਖ-ਵੱਖ ਮੌਸਮਾਂ ਵਿੱਚ, ਵੱਖ-ਵੱਖ ਵਾਤਾਵਰਨ ਵਿੱਚ ਉਹਨਾਂ ਨੂੰ ਸਰਦੀ, ਗਰਮੀ, ਮੀਂਹ ਆਦਿ ਜਾਂ ਹੋਰ ਕੁਦਰਤੀ
ਆਪਦਾਵਾਂ ਤੋਂ ਉਹਨਾਂ ਦੇ ਸਰੀਰ ਨੂੰ ਬਚਾਉਣ ਦੇ ਲਈ ਇਹ ਸੈੱਲ ਭਿੱਤੀ ਕੁਦਰਤੀ ਤੌਰ 'ਤੇ ਉਹਨਾਂ ਦੇ ਬਾਹਰੀ ਸੈੱਲ ਦੇ ਬਾਹਰੀ ਭਾਗ ਵਿੱਚ ਮੌਜੂਦ ਹੁੰਦੀ ਹੈ, ਜੋ ਉਹਨਾਂ ਨੂੰ ਕਠੋਰਤਾ ਪ੍ਰਦਾਨ ਕਰਦੀ ਹੈ। ਇਹ ਸਿਰਫ ਪੌਦਾ ਸੈੱਲਾਂ ਵਿੱਚ ਹੀ ਹੁੰਦੀ ਹੈ। ਇਹ ਯਾਦ ਰੱਖਣਾ ਹੈ ਤੁਸੀਂ, ਪਲਾਸਟਿਡਸ ਤੇ ਸੈੱਲ ਭਿੱਤੀ ਸਿਰਫ ਪੌਦਾ ਸੈੱਲਾਂ ਵਿੱਚ ਹੀ ਹੁੰਦੇ ਹਨ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਕੇਂਦਰਕ ਦੀ, ਕੇਂਦਰਕ ਦੇ ਵਿੱਚ ਜੇ ਆਪਾਂ ਕੇਂਦਰਕ ਨੂੰ ਵਧੀਆ ਮੈਗਨੀਫਾਈਂਗ ਪਾਵਰ ਵਾਲੇ ਮਾਈਕਰੋਸਕੋਪ ਨਾਲ ਦੇਖੀਏ, ਬੜਦਰਸ਼ੀ ਨਾਲ ਦੇਖੀਏ, ਤਾਂ ਕੇਂਦਰਕ ਦੇ ਵਿੱਚ ਸਾਨੂੰ ਨਿਊਕਲੀਓਲਸ ਦਿਖਾਈ ਦਿੰਦੇ ਹਨ। ਨਿਊਕਲੀਓਲਸ ਦੇ ਵਿੱਚ ਅੱਗੇ ਗਾਹਾਂ ਸਾਡੇ ਕੋਲ ਇੱਕ ਧਾਗੇ ਵਰਗੀਆਂ ਰਚਨਾਵਾਂ ਵੀ ਦਿਖਾਈਆਂ ਦਿੰਦੀਆਂ ਹਨ, ਜਿਨ੍ਹਾਂ ਨੂੰ ਆਪਾਂ ਕ੍ਰੋਮੋਜ਼ੋਮਸ ਕਹਿੰਦੇ ਹਨ। ਕ੍ਰੋਮੋਜ਼ੋਮਸ ਜੋ ਹੈ, ਜਿਨ੍ਹਾਂ ਦੇ ਵਿਚਲੇ ਜੀਨਸ ਗੁਣਸੂਤਰ ਨੂੰ ਨਿਰਧਾਰਿਤ ਕਰਦੇ ਹਨ। ਭਾਵ ਜਿਵੇਂ ਇਨਸਾਨ ਦੇ ਵਿੱਚ ਜੋ ਕ੍ਰੋਮੋਜ਼ੋਮ ਹਨ, ਉਹਨਾਂ ਦੇ ਅਗਲੇ ਔਲਾਦ ਕਿੱਦਾਂ ਦੀ ਹੋਵੇਗੀ, ਉਹਦੇ ਅੰਦਰਲੇ ਕ੍ਰੋਮੋਜ਼ੋਮ ਦੇ ਵਿਚਲੇ ਜੀਨ ਇਸ ਗੱਲ ਨੂੰ ਨਿਰਧਾਰਿਤ ਕਰਨਗੇ। ਭਾਵ ਔਲਾਦ ਦੇ ਜਿਹੜੀ ਸਰੀਰ ਹੈ, ਉਹਦੀ ਰਚਨਾ, ਉਹਦੀਆਂ ਅੱਖਾਂ ਦਾ ਰੰਗ ਜਾਂ ਉਹਦੀ ਚਮੜੀ ਦਾ ਰੰਗ ਕਿਸ ਤਰ੍ਹਾਂ ਦਾ ਹੋਏਗਾ, ਕਾਠੀ ਕਿੱਦਾਂ ਦੀ ਹੋਏਗੀ, ਇਹ ਸਾਰੇ ਕ੍ਰੋਮੋਜ਼ੋਮ ਦੇ ਉੱਤੇ ਨਿਰਭਰ ਕਰਦੇ ਹਨ। ਕ੍ਰੋਮੋਜ਼ੋਮਸ ਕੇਂਦਰਕ ਦੇ ਵਿੱਚ ਹੁੰਦੇ ਹਨ। ਸੋ ਇਹ ਸੀ ਸਾਡੇ ਕੁਝ ਸੈੱਲ ਦੇ ਕੁਝ ਭਾਗ। ਹਾਂਜੀ ਬੇਟਾ, ਇੱਥੇ ਆਪਾਂ ਸਾਡੇ ਕੋਲ ਪੌਦਾ ਸੈੱਲ ਤੇ ਜੰਤੂ ਸੈੱਲ ਦੋਵਾਂ ਦੀ ਇੱਕ ਉਦਾਹਰਨ ਦਿੱਤੀ ਗਈ ਆ। ਸਾਡੇ ਕੋਲ ਪਹਿਲੇ ਚਿੱਤਰ ਵਿੱਚ ਪਿਆਜ਼ ਦੀ ਸਲਾਈਡ ਦੇਖੀ ਗਈ ਹੈ। ਇਹ ਮਾਈਕਰੋਸਕੋਪ ਦੇ ਵਿੱਚੋਂ ਲਈ ਗਈ ਤਸਵੀਰ ਹੈ, ਸੂਖਮਦਰਸ਼ੀ ਦੇ ਵਿੱਚੋਂ। ਸੋ ਆਓ ਦੇਖਦੇ ਹਾਂ। ਇਹਦੇ ਵਿੱਚ ਸੈੱਲ ਦਰਵ, ਸੈੱਲ ਝਿੱਲੀ, ਕੇਂਦਰਕ ਤੇ ਸੈੱਲ ਭਿੱਤੀ ਨੂੰ ਸਮਝਦੇ ਹਾਂ। ਸਾਡੇ ਕੋਲ ਇੱਥੇ ਸਾਡੇ ਕੋਲ ਬਹੁਤ ਸਾਰੇ ਸੈੱਲ ਹਨ। ਚਿੱਤਰ ਵਿੱਚ ਆਪਾਂ ਕੋਈ ਇੱਕ ਸੈੱਲ ਕੰਸੀਡਰ ਕਰ ਲੈਂਦੇ ਹਾਂ। ਸੋ ਆਹ ਸੈੱਲ ਮੰਨ ਲਓ ਤੁਸੀਂ, ਇਹ ਸੈੱਲ ਹੈ। ਸੋ ਇਹ ਸੈੱਲ ਦੇ ਵਿੱਚ ਆਪਾਂ ਕੇਂਦਰਕ ਦੀ ਗੱਲ ਕਰਾਂਗੇ। ਇਸ ਵਿੱਚ ਕੇਂਦਰਕ ਜੋ ਹੈ, ਉਹ ਜਿਹੜਾ ਡਾਟ ਜਿਹਾ ਤੁਹਾਨੂੰ ਦਿਖਾਈ ਦੇ ਰਿਹਾ ਹੈ, ਕੇਂਦਰਕ ਹੈ। ਇਸ ਤੋਂ ਇਲਾਵਾ ਸੈੱਲ ਝਿੱਲੀ, ਸੈੱਲ ਦੀ ਬਾਉਂਡਰੀ ਤੁਹਾਨੂੰ ਦਿਖਾਈ ਦੇ ਰਹੀ ਹੈ। ਮੈਂ ਸੈੱਲ ਝਿੱਲੀ ਨੂੰ ਦੁਬਾਰਾ ਡਰਾ ਕਰਦਾ। ਜਿਹੜੀ ਅੰਦਰਲੀ ਬਾਉਂਡਰੀ ਹੈ ਉਹ ਸੈੱਲ ਝਿੱਲੀ ਹੈ। ਜੇ ਸੈੱਲ ਭਿੱਤੀ ਹੈ, ਇੱਕ ਤੋਂ ਦੂਜੀ ਦਾ ਲਾਈਨ ਵੀ ਦਿਖਾਈ ਦੇ ਰਹੀ ਹੋਵੇਗੀ ਇੱਥੇ, ਜਿਹੜੀ ਸੈੱਲ ਦੇ ਬਾਹਰ। ਇਹ ਸੈੱਲ ਭਿੱਤੀ ਹੈ। ਇਹ ਸਿਰਫ ਪੌਦਾ ਸੈੱਲਾਂ ਜੀ ਹੁੰਦੀ ਹੈ। ਪਿਆਜ਼ ਵੀ ਇੱਕ ਪੌਦਾ ਸੈੱਲ ਹੈ। ਸੋ ਪਿਆਜ਼ ਦੇ ਵਿੱਚ ਸਾਡੇ ਕੋਲ ਸੈੱਲ ਭਿੱਤੀ ਦਿਖਾਈ ਦੇ ਰਹੀ ਹੈ। ਇਹ ਵਧੀਆ ਸੂਖਮਦਰਸ਼ੀ ਦੇ ਵਿੱਚ ਚੰਗੀ ਤਰ੍ਹਾਂ ਦਿਖਾਈ ਦੇਵੇਗੀ। ਸੈੱਲ ਦਰਵ ਜੋ ਹੈ ਉਹ ਵਿਚਕਾਰ ਵਾਲਾ ਭਾਗ ਹੈ। ਕਿਹਦੇ ਵਿਚਕਾਰ ਵਾਲਾ? ਨਿਊਕਲੀਅਸ ਅਤੇ ਸੈੱਲ ਝਿੱਲੀ ਦੇ ਵਿੱਚ ਜਿਹੜਾ ਜੈਲੀ ਵਰਗਾ ਪਦਾਰਥ ਹੈ ਉਹ ਸੈੱਲ ਦਰਵ ਹੈ। ਸੋ ਇਹਦੇ ਨਾਲ ਦੇ ਦੂਜੀ ਸਲਾਈਡ ਦੇ ਵਿੱਚ ਸਾਡੇ ਕੋਲ ਕੀ ਦਿਖਾਈ ਦੇ ਰਿਹਾ ਹੈ? ਇਹ ਮਨੁੱਖੀ ਗਲ ਦੇ ਸੈੱਲਾਂ ਦੀ ਸਲਾਈਡ ਤਿਆਰ ਕੀਤੀ ਗਈ ਹੈ। ਇਹ ਸੈੱਲ ਦੀ ਤਸਵੀਰ ਹੈ। ਗਲ ਦੇ ਸੈੱਲ, ਮਨੁੱਖੀ ਗਲ ਦੇ ਸੈੱਲ ਮੂੰਹ ਦੇ ਅੰਦਰੋਂ ਲਏ ਗਏ ਹਨ, ਖੁਰਚ ਕੇ ਉਹਨਾਂ ਨੂੰ ਮਾਈਕਰੋਸਕੋਪ ਦੇ ਅੰਦਰ ਦੇਖਿਆ ਗਿਆ। ਪਰ ਇਹ ਇੱਕ ਤਸਵੀਰ ਹੈ, ਓਰੀਜਨਲ ਸਲਾਈਡ ਨਹੀਂ ਹੈ। ਇਹ 'ਚ ਵੀ ਸਮਝਦੇ ਹਾਂ ਆਪਾਂ। ਸਭ ਤੋਂ ਬਾਹਰੀ ਪਰਤ ਹੋ ਗਈ ਸੈੱਲ ਝਿੱਲੀ। ਸੈੱਲ ਝਿੱਲੀ ਸਭ ਤੋਂ ਬਾਹਰੀ ਪਰਤ ਆ। ਇਹਦੇ ਵਿੱਚ ਸੈੱਲ ਭਿੱਤੀ ਨਹੀਂ ਹੁੰਦੀ, ਇਹ ਯਾਦ ਰੱਖਣਾ ਤੁਸੀਂ। ਇੱਕ ਜੰਤੂ ਸੈੱਲ ਹੈ, ਮਨੁੱਖੀ ਗਲ ਦੇ ਸੈੱਲ। ਉਸ ਤੋਂ ਬਾਅਦ ਹੈ ਸਾਡੇ ਕੋਲ ਕੇਂਦਰਕ। ਜੇ ਆਪਾਂ ਇੱਥੇ ਗੱਲ ਕਰੀਏ ਕੇਂਦਰਕ, ਆਪਾਂ ਇੱਕੋ ਸੈੱਲ ਦੀ ਗੱਲ ਕਰਦੇ ਹਾਂ। ਇਹਨਾਂ ਨੇ ਵੱਖ-ਵੱਖ ਸੈੱਲਾਂ 'ਤੇ ਲੇਬਲਿੰਗ ਕੀਤੀ ਹੋਈ ਹੈ। ਸੋ ਸਾਡੇ ਕੋਲ ਜੇ ਇਸੇ ਸੈੱਲ ਦੀ ਗੱਲ ਕਰੀਏ, ਇਹ ਹੈ ਸੈੱਲ ਝਿੱਲੀ। ਸਾਡੇ ਕੋਲ ਇਹ ਹੈ ਕੇਂਦਰਕ। ਕੇਂਦਰਕ ਦੇ ਬਾਹਰ ਜਿਹੜੀ ਇੱਕ ਹੋਰ ਬਾਉਂਡਰੀ ਹੈ ਉਹ ਹੈ ਕੇਂਦਰਕ ਝਿੱਲੀ। ਸੋ ਕੇਂਦਰਕ ਝਿੱਲੀ
ਮੁਸਾਮਦਾਰ ਹੁੰਦੀ ਹੈ। ਇਹ ਜਿਹੜੇ ਬਹੁਤ ਸਾਰੇ ਪਦਾਰਥਾਂ ਦਾ ਆਦਾਨ ਪ੍ਰਦਾਨ ਜੋ ਸੈੱਲ ਦਰਵ ਦੇ ਰਾਹੀਂ ਹੁੰਦਾ ਹੈ, ਕੇਂਦਰਕ ਨਾਲ ਹੋ ਜਾਂਦਾ ਹੈ। ਸੋ ਸਾਡੇ ਕੋਲ ਇਹ ਸੈੱਲ ਦਰਵ ਆ। ਇਹ ਹੈਗਾ ਸਾਡੇ ਕੋਲ ਸੈੱਲ ਦਰਵ। ਤੋ ਇਹ ਸੀ ਜੰਤੂ ਸੈੱਲ ਦੇ ਵਿੱਚ ਵੱਖ-ਵੱਖ ਜੰਤੂ ਸੈੱਲ ਦੇ ਭਾਗ, ਕੇਂਦਰਕ ਝਿੱਲੀ, ਸੈੱਲ ਝਿੱਲੀ, ਸੈੱਲ ਦਰਵ। ਸੋ ਅੱਗੇ ਆਪਾਂ ਜੋ ਪਿੱਛੇ ਹੁਣੀ ਪੜ੍ਹਿਆ ਉਹੀ ਸਾਰਾ ਦਿੱਤਾ ਗਿਆ ਹੈ। ਸੈੱਲ ਝਿੱਲੀ, ਕੇਂਦਰਕ ਅਤੇ ਸੈੱਲ ਦਰਵ ਇਸ ਦੁਆਰਾ ਘਿਰੇ ਹੁੰਦੇ ਹਨ। ਇਹ ਸੈੱਲ ਦੇ ਆਕਾਰ ਨੂੰ ਨਿਰਧਾਰਿਤ ਕਰਦੀ ਹੈ। ਫਿਰ ਹੈ ਸੈੱਲ ਦਰਵ, ਸਾਈਟੋਪਲਾਜ਼ਮ। ਇਹ ਕੇਂਦਰਕ ਅਤੇ ਸੈੱਲ ਝਿੱਲੀ ਵਿਚਕਾਰ ਇੱਕ ਜੈਲੀ ਵਰਗਾ ਪਦਾਰਥ ਭਰਿਆ ਹੁੰਦਾ ਹੈ, ਜਿਹਨੂੰ ਸੈੱਲ ਝਿੱਲੀ ਕਹਿੰਦੇ ਹਨ। ਸੈੱਲ ਦੇ ਸਾਰੇ ਨਿਕੜੇ ਅੰਗ ਜਿਵੇਂ ਮਾਈਟੋਕਾਂਡਰੀਆ, ਗਾਲਜੀਕਾ, ਰਾਈਬੋਸੋਮ ਅਤੇ ਇਸ ਤੋਂ ਇਲਾਵਾ ਪਲਾਸਟਿਡ ਅਤੇ ਰਸਧਾਨੀ ਸੈੱਲ ਦਰਵ ਵਿੱਚ ਹੀ ਪਾਏ ਜਾਂਦੇ ਹਨ। ਕੇਂਦਰਕ ਆਮ ਤੌਰ 'ਤੇ ਸੈੱਲ ਦੇ ਮੱਧ ਵਿੱਚ ਹੁੰਦਾ ਹੈ ਅਤੇ ਆਕਾਰ ਵਿੱਚ ਗੋਲਾਕਾਰ ਹੁੰਦਾ ਹੈ। ਵਧੀਆ ਪਾਰਦਰਸ਼ੀ ਵਿੱਚ ਦੇਖਣ 'ਤੇ ਕੇਂਦਰਕ ਦੇ ਆਲੇ ਦੁਆਲੇ ਕੇਂਦਰਕ ਝਿੱਲੀ ਵੀ ਦਿਖਾਈ ਦਿੰਦੀ ਹੈ। ਇਸ ਵਿੱਚ ਨਿਊਕਲੀਅਸ ਅਤੇ ਕ੍ਰੋਮੋਸੋਮ ਵਰਗੇ ਇਹ ਧਾਗੇ ਵਰਗੀਆਂ ਰਚਨਾਵਾਂ ਦੇ ਰੂਪ ਵਿੱਚ ਦਿਖਦੇ ਹਨ। ਕ੍ਰੋਮੋਸੋਮ ਵਿਚਲੇ ਜੀਨਸ ਆਨੁਵੰਸ਼ਿਕ ਗੁਣਾਂ ਨੂੰ ਜਨਕਾਂ ਤੋਂ ਸੰਤਾਨ ਵਿੱਚ ਭੇਜਦੇ ਹਨ। ਅੱਗੇ ਹੈ ਸੈੱਲ ਭਿੱਤੀ। ਪੌਦਾ ਸੈੱਲ ਵਿੱਚ ਸੈੱਲ ਭਿੱਤੀ ਹੁੰਦੀ ਹੈ। ਉਹ ਪੜ੍ਹਿਆ ਕਿਉਂ ਹੁੰਦਾ ਹੈ ਪੌਦਾ ਸੈੱਲ ਵਿੱਚ। ਇਹ ਕੁਦਰਤੀ ਤੌਰ 'ਤੇ ਪੌਦਾ ਸੈੱਲਾਂ ਨੂੰ ਦਿੱਤੀ ਗਈ ਹੈ। ਸੋ ਇਹ ਪੌਦਾ ਸੈੱਲਾਂ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਪਲਾਸਟਿਡ ਇਹ ਪੌਦਾ ਸੈੱਲ ਵਿੱਚ ਹੀ ਹੁੰਦੇ ਹਨ। ਭਿੰਨ ਰੰਗਾਂ ਦੇ ਹੁੰਦੇ ਹਨ। ਹਰੇ ਰੰਗ ਦੇ ਪਲਾਸਟਿਡ ਨੂੰ ਕਲੋਰੋਪਲਾਸਟ ਕਹਿੰਦੇ ਹਨ ਅਤੇ ਜਿਨ੍ਹਾਂ ਕਰਕੇ ਪੱਤਿਆਂ ਦਾ ਰੰਗ ਹਰਾ ਹੁੰਦਾ ਹੈ। ਰਸਦਾਨੀ ਵੈਕਿਊਲ ਇਹ ਸੈੱਲ ਦਰਵ ਵਿਚਕਾਰਲੀ ਖਾਲੀ ਥਾਂ ਹੁੰਦੀ ਹੈ। ਪੌਦਾ ਸੈੱਲ ਵਿੱਚ ਆਕਾਰ ਵਿੱਚ ਬਹੁਤ ਵੱਡੀ ਹੁੰਦੀ ਹੈ, ਜਦ ਜੰਤੂ ਸੈੱਲਾਂ ਵਿੱਚ ਆਕਾਰ ਵਿੱਚ ਇਹ ਛੋਟੀਆਂ ਹੁੰਦੀਆਂ ਹਨ, ਪਰ ਬਹੁਤ ਸਾਰੀਆਂ ਹੁੰਦੀਆਂ ਹਨ, ਮਾਤਰਾ ਵਿੱਚ ਜ਼ਿਆਦਾ ਹੁੰਦੀਆਂ ਹਨ। ਆਪਾਂ ਪਿੱਛੇ ਦੇਖ ਸਕਦੇ ਹਾਂ ਜੰਤੂ ਸੈੱਲਾਂ ਵਿੱਚ ਆਹ ਛੋਟੇ ਛੋਟੇ ਦਾਣੇ ਜਿਹੜੇ ਦਿਖਾਈ ਦੇ ਰਹੇ ਤੁਹਾਨੂੰ, ਇਹ ਰਸਦਾਨੀਆਂ ਹਨ। ਸੋ ਮਾਤਰਾ ਵਿੱਚ ਜ਼ਿਆਦਾ ਪਰ ਆਕਾਰ ਵਿੱਚ ਛੋਟੀਆਂ। ਅੱਗੇ ਹੈ ਸਾਡੇ ਕੋਲ ਪੌਦਾ ਸੈੱਲ ਅਤੇ ਜੰਤੂ ਸੈੱਲ ਵਿੱਚ ਅੰਤਰ। ਇਹ ਆਪਾਂ ਸਮਝ ਹੀ ਗਏ ਹਾਂ ਕਿ ਪੌਦਾ ਸੈੱਲ ਦੀ ਅਤੇ ਜੰਤੂ ਸੈੱਲ ਦੀ ਜੇ ਗੱਲ ਕਰੀਏ ਤਾਂ ਸੈੱਲ ਝਿੱਲੀ ਦੋਵਾਂ 'ਚ ਹੁੰਦੀ ਹੈ। ਸੈੱਲ ਭਿੱਤੀ ਸਿਰਫ ਪੌਦਾ ਸੈੱਲ 'ਚ ਹੁੰਦੀ ਹੈ, ਜੰਤੂ ਸੈੱਲ 'ਚ ਨਹੀਂ ਹੁੰਦੀ। ਕੇਂਦਰਕ ਪੌਦਾ ਸੈੱਲ ਅਤੇ ਜੰਤੂ ਸੈੱਲ ਦੋਵਾਂ 'ਚ ਹੁੰਦਾ ਹੈ। ਸੈੱਲ ਦਰਵ ਵੀ ਪੌਦਾ ਸੈੱਲ ਅਤੇ ਜੰਤੂ ਸੈੱਲ ਦੋਵਾਂ 'ਚ ਹੁੰਦਾ ਹੈ। ਰਸਦਾਨੀਆਂ ਪੌਦਾ ਸੈੱਲ 'ਚ ਵੱਡੀਆਂ ਹੁੰਦੀਆਂ ਹਨ, ਆਕਾਰ 'ਚ ਵੱਡੀ ਹੁੰਦੀ ਹੈ, ਸੰਖਿਆ 'ਚ ਘੱਟ ਹੁੰਦੀਆਂ ਹਨ। ਜੰਤੂ ਸੈੱਲ ਵਿੱਚ ਆਕਾਰ 'ਚ ਛੋਟੀਆਂ ਹੁੰਦੀਆਂ ਹਨ ਪਰ ਸੰਖਿਆ 'ਚ ਜ਼ਿਆਦਾ ਹੁੰਦੀਆਂ ਹਨ, ਸੰਖਿਆ ਵਿੱਚ ਜ਼ਿਆਦਾ ਹੁੰਦੀਆਂ ਹੈ। ਅਤੇ ਉਸ ਤੋਂ ਬਾਅਦ ਪਲਾਸਟਿਡ ਦੀ ਗੱਲ ਕਰੀਏ ਤਾਂ ਪਲਾਸਟਿਡ ਪੌਦਾ ਸੈੱਲ ਵਿੱਚ ਹੁੰਦੇ ਹਨ ਅਤੇ ਜੰਤੂ ਸੈੱਲ ਵਿੱਚ ਨਹੀਂ ਹੁੰਦੇ। ਸੋ ਇਹ ਸੀ ਸਾਡੇ ਕੋਲ ਸੈੱਲ ਬਣਤਰ ਅਤੇ ਕਾਰਜ। ਸੋ ਉਮੀਦ ਹੈ ਤੁਹਾਨੂੰ ਇਹਦੇ ਵਿੱਚੋਂ ਬਹੁਤ ਕੁਝ ਸਮਝ ਲੱਗਿਆ ਹੋਵੇਗਾ। ਧੰਨਵਾਦ।